ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਦਰਸ਼ਨ ਪਿਆਸੀ ਦਿਨ ਸਰਾਧ, ਚਿਤ ਬਨ ਦਿਨ ਨੀਤ। ਕੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਕੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਆਪਾਂ ਗੁਰਬਾਣੀ ਵਿੱਚ ਆਏ ਦਰਸ਼ਨ ਸ਼ਬਦ ਦੀ ਵਿਚਾਰ ਕਰਾਂਗੇ। ਜਿੰਨੀ ਕੁ ਸੁਮਤ ਗੁਰਬਾਣੀ ਨੇ ਬਖਸ਼ੀ ਹੈ, ਉਸ ਦੇ ਅਨੁਸਾਰ ਵਾਕਈ ਕਿਸੇ ਕੋਲ ਹੋਰ ਵੀ ਵੱਧ ਸੁਮਤ ਗੁਰਬਾਣੀ ਦੀ ਹੋ ਸਕਦੀ ਹੈ। ਉਹ ਵੀ ਆਪਣੀ ਵਿਚਾਰ ਸਾਂਝੀ ਕਰ ਸਕਦਾ ਹੈ। ਸੋ ਗੁਰਬਾਣੀ ਆਤਮ ਦਰਸ਼ਨ ਕਰਵਾਉਂਦੀ ਹੈ, ਗਿਆਨ ਕਰਵਾਉਂਦੀ ਹੈ। ਇਹੀ ਗਿਆਨ ਮਾਰਗ ਹੈ ਅਤੇ ਗਿਆਨ ਤੋਂ ਬਾਅਦ ਹੀ ਧਿਆਨ ਦਾ ਵਿਸ਼ਾ ਹੈ। ਲੇਕਿਨ ਯੋਗ ਮਤ ਵਿੱਚ ਪਹਿਲਾਂ ਧਿਆਨ ਹੈ, ਪਰ ਇਹ ਨਹੀਂ ਪਤਾ ਯੋਗ ਮਤ ਵਾਲਿਆਂ ਨੂੰ ਕਿ ਧਿਆਨ ਲਾਉਣਾ ਕਿੱਥੇ ਹੈ। ਸੋ ਇਸ ਵਿਸ਼ੇ ਦੀ ਵਿਸਥਾਰ ਨਾਲ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਅਨੁਸਾਰ, ਕਿਉਂਕਿ ਯੋਗ ਮਤ ਦੇ ਵਿੱਚ ਸਭ ਤੋਂ ਵੱਧ ਧਿਆਨ ਦੀ ਪ੍ਰਕਿਰਿਆ ਹੈ। ਗੁਰਮਤ ਦੇ ਵਿੱਚ ਗਿਆਨ ਤੇ ਧਿਆਨ ਹੈ। ਗੁਰਬਾਣੀ ਵਿੱਚ ਪਾਤਸ਼ਾਹ ਬਚਨ ਕਰਦੇ ਹਨ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਹੀਂ ਕਾਮ। ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਵਿਧਾ ਨਾ ਹੋਈ। ਬਿਨ ਦੇਖੇ ਉਪਜੈ ਨਹੀਂ ਆਸਾ। ਜਿਹੜੀ ਚੀਜ਼ ਅਸੀਂ ਦੇਖਦੇ ਹਾਂ ਜਾਂ ਉਸ ਦਾ ਅਨੁਭਵ ਕਰਦੇ ਹਾਂ, ਉਸੇ ਦੀ ਇੱਛਾ ਪੈਦਾ ਹੁੰਦੀ ਹੈ। ਜਿਸ ਚੀਜ਼ ਦਾ ਸਾਨੂੰ ਕਦੇ ਖਿਆਲ ਵੀ ਨਹੀਂ ਆਉਂਦਾ, ਉਸ ਨਾਲ ਮਨ ਪਰਚ ਨਹੀਂ ਸਕਦਾ। ਆਸ ਜਾਂ ਭੁੱਖ ਸਾਡੇ ਅੰਦਰ ਪੈਦਾ ਨਹੀਂ ਹੋ ਸਕਦੀ। ਸੋ ਸਾਡੇ ਮਨ ਦੇ ਵਿੱਚ ਮਾਇਆ ਦੀ ਭੁੱਖ ਕਿਉਂ ਹੈ? ਕਿਉਂਕਿ ਮਾਇਆ ਸਾਨੂੰ ਦਿਸਦੀ ਹੈ ਬਾਹਰਲੀਆਂ ਅੱਖਾਂ ਦੇ ਨਾਲ। ਨਾਮ ਦੀ ਭੁੱਖ ਤਾਂ ਨਹੀਂ ਪੈਦਾ ਹੁੰਦੀ, ਕਿਉਂਕਿ ਨਾਮ ਜੋ ਆਤਮਿਕ ਸੁਗਿਆਨ ਹੈ, ਉਹ ਸੁਰਤ ਦਾ ਵਿਸ਼ਾ ਹੈ। ਨਿਰਾਕਾਰੀ ਅੱਖ ਨਾਲ ਦਿਸਦਾ ਹੈ। ਨਿਰਾਕਾਰੀ ਅੱਖ ਦਾ ਭਾਵ ਹੈ ਬੁੱਧੀ, ਸੁਰਤ, ਜੀਵਾਤਮਾ।
ਜਿਸ ਨੂੰ ਸੂਤਕ ਲੱਗਿਆ ਹੋਇਆ ਅਗਿਆਨ ਦਾ, ਭਰਮ ਦਾ। ਇਸੇ ਕਰਕੇ ਨਾਮ ਦੀ ਸਮਝ ਨਹੀਂ ਆ ਰਹੀ। ਸੋ ਜਦੋਂ ਸਮਝ ਨਹੀਂ ਆ ਰਹੀ ਤਾਂ ਭੁੱਖ ਵੀ ਨਹੀਂ ਲੱਗ ਰਹੀ। ਧਰਮ ਧਾਰਨ ਦਾ ਕਾਰਨ ਹੀ ਸੂਤਕ ਨੂੰ ਉਤਾਰਨਾ, ਭਾਵ ਭਰਮ ਨੂੰ ਦੂਰ ਕਰਨਾ ਹੈ। ਇਸੇ ਲਈ ਸ੍ਰੀ ਭਗਤ ਕਬੀਰ ਜੀ ਪਾਤਸ਼ਾਹ ਵੀ ਕਹਿੰਦੇ ਹਨ ਕਿ ਜਹਾਂ ਗਿਆਨ ਤਹ ਧਰਮ ਹੈ, ਕਿ ਧਰਮ ਦਾ ਸੰਬੰਧ ਗਿਆਨ ਨਾਲ ਹੈ। ਸੂਤਕ ਸੁਗਿਆਨ ਨਾਲ ਹੀ ਉਤਰਨਾ ਹੈ। ਗੁਰਮਤਿ ਦਾ ਮਾਰਗ ਗਿਆਨ ਮਾਰਗ ਹੈ। ਜੋਗੀ ਪਹਿਲਾਂ ਧਿਆਨ ਲਾਉਂਦੇ ਨੇ ਤਾਂ ਹੀ ਪਤਾ ਨਹੀਂ ਲੱਗਿਆ ਜੋਗਮਤ ਵਾਲਿਆਂ ਨੂੰ ਕਿ ਧਿਆਨ ਲਾਉਣਾ ਕਿੱਥੇ ਹੈ। ਸੋ ਨਾਮ ਦਾ ਵਜੂਦ ਹੈ, ਸਰੂਪ ਹੈ, ਪਰ ਉਸ ਦਾ ਦਰਸ਼ਨ ਹੈ ਉਹ ਨਿਰਾਕਾਰੀ ਅੱਖ ਨਾਲ ਹੁੰਦਾ ਹੈ। ਸੋ ਉਸ ਦਾ ਦਰਸ਼ਨ ਫਿਰ ਹੁੰਦਾ ਕਿਵੇਂ ਹੈ, ਉਹ ਆਪਾਂ ਗੁਰਬਾਣੀ ਤੋਂ ਪੁੱਛਦੇ ਹਾਂ। ਉਸ ਦੀ ਕੀ ਨਿਸ਼ਾਨੀ ਹੈ ਜਦੋਂ ਉਹ ਦਰਸ਼ਨ ਹੋ ਜਾਂਦਾ ਹੈ। 1392 ਪੰਨੇ ਉੱਪਰ ਗੁਰਬਾਣੀ ਸਮਝਾਉਂਦੀ ਹੈ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਜਦੋਂ ਤੱਕ ਸ਼ਬਦ ਨਾਲ ਭਾਵ ਹੁਕਮ ਦਾ ਸਪਰਸ਼ ਹਿਰਦੇ ਵਿੱਚ ਨਹੀਂ ਹੁੰਦਾ, ਉਦੋਂ ਤੱਕ ਦਰਸ਼ਨ ਭਾਵ ਸਮਝ ਨਹੀਂ ਆਉਂਦੀ। ਹੁਣ ਇੱਥੇ ਜਿਹੜਾ ਦਰਸ਼ਨ ਸ਼ਬਦ ਵੀ ਹੈ ਉਹਦੇ ਨੰਨੇ ਨੂੰ ਸਿਹਾਰੀ ਪਾਈ ਹੋਈ ਹੈ ਕਿ ਕੋਈ ਇਹ ਬਾਹਰਲੇ ਦਰਸ਼ਨ ਦੀ ਗੱਲ ਨਹੀਂ, ਇਹ ਅੰਦਰਲੇ ਦਰਸ਼ਨ ਦੀ ਗੱਲ ਹੈ। ਅਤੇ ਜਦੋਂ ਸਮਝ ਆਵੇਗੀ ਤਾਂ ਹੋਰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿਣੀ, ਚਾਟ ਲੱਗ ਜਾਵੇਗੀ। ਉਸ ਨਾਮ ਵਾਸਤੇ ਪਹਿਲਾਂ ਜੋ ਰਾਗ ਹੈ, ਭਾਵ ਫੁਰਨੇ ਨੇ ਸਾਡੇ ਅੰਦਰ, ਕਲਪਨਾ ਹੈ, ਉੱਠਦੀ ਹੈ, ਉਹਨਾਂ ਤੋਂ ਮਨ ਨੂੰ ਬੈਰਾਗ ਹੋਣਾ ਪਵੇਗਾ। ਬੈਰਾਗੀ ਹੋ ਜਾਵੇਗਾ। ਜੇਕਰ ਵਿਆਕੁਲ ਨਹੀਂ ਹੋਇਆ ਸੱਚ ਦਾ ਗਿਆਨ ਮਿਲਣ ਤੇ, ਇਸ ਦਾ ਮਤਲਬ ਇਸ ਨੂੰ ਗਿਆਨ ਨਹੀਂ ਹੈ। ਭਾਵ ਕਿ ਜਿੰਨਾ ਚਿਰ ਸਾਡੇ ਅੰਦਰ ਇਹ ਚਿੰਤਾ ਪੈਦਾ ਨਹੀਂ ਹੁੰਦੀ ਕਿ ਨਾਮ ਕੀ ਹੈ, ਕਿਸ ਤਰ੍ਹਾਂ ਮਿਲੇਗਾ, ਸ਼ਾਂਤੀ ਕਿਉਂ ਨਹੀਂ ਆ ਰਹੀ, ਜਦੋਂ ਸਾਡੇ ਅੰਦਰ ਇਸ ਤਰ੍ਹਾਂ ਦੀ ਚਿੰਤਾ ਪੈਦਾ ਹੁੰਦੀ ਹੈ ਤਾਂ ਸਮਝ ਲਓ ਸਾਡੇ ਅੰਦਰ ਨਾਮ ਦੀ ਭੁੱਖ ਵਧੀ ਹੈ, ਲੱਗੀ ਹੈ। ਸੋ ਜੇਕਰ ਵਿਆਕੁਲ ਹੀ ਨਹੀਂ ਹੋਏ, ਚਿੰਤਾ ਹੀ ਨਹੀਂ ਹੋਈ ਫਿਰ ਸੱਚ ਗਿਆਨ ਮਿਲਣ ਤੇ, ਤਾਂ ਇਸ ਦਾ ਮਤਲਬ ਗਿਆਨ ਨਹੀਂ ਹੋਇਆ। ਇਹੋ ਜਿਹਾ ਪਰਚਾ ਲੱਗੇਗਾ ਮਨ ਨੂੰ ਕਿ ਸਮਰਪਣ ਕਰ ਦੇਵੇਗਾ। ਭਾਵ ਕਿ ਜਦੋਂ ਸਾਡੇ ਅੰਦਰ ਵਿਆਕੁਲਤਾ ਵੱਧ ਗਈ, ਗੁਰਬਾਣੀ ਤੋਂ ਸੋਝੀ ਆਉਣ ਲੱਗ ਪਈ ਤਾਂ ਮਨ ਵਿਆਕੁਲ ਹੋ ਜਾਂਦਾ ਹੈ। ਗੁਰੂ ਅੱਗੇ ਜਾ ਕੇ ਸਮਰਪਣ ਕਰ ਦੇਵੇਗਾ, ਭੁੱਖ ਲੱਗੇਗੀ ਨਾਮ ਦੀ, ਅਤੇ ਫਿਰ ਧਿਆਨ ਗੱਡ ਕੇ ਉੱਥੇ ਰੱਖੇਗਾ ਜਿੱਥੋਂ ਇਸ ਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ। ਗੁਰਬਾਣੀ 'ਚ ਪਾਤਸ਼ਾਹ 344 ਪੰਨੇ ਉੱਪਰ ਵੀ ਉਪਦੇਸ਼ ਦਿੰਦੇ ਹਨ, ਸਤ ਸੰਤੋਖ ਕਾ ਧਰੋ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਹੁਣ ਧਿਆਨ ਬਾਰੇ ਵੀ ਪਾਤਸ਼ਾਹ ਨੇ ਦੱਸਿਆ ਵੀ ਤੂੰ ਸਤ ਸਰੂਪ ਤਾਂ ਹੈ ਹੀ, ਪਰ ਤੂੰ ਸੰਤੋਖੀ ਨਹੀਂ। ਸੰਤੋਖੀ ਕਿਉਂ ਨਹੀਂ? ਕਿਉਂਕਿ ਮਾਇਆ ਨੂੰ ਇਕੱਤਰ ਕਰਨ ਲੱਗਿਆ ਹੋਇਆ। ਮਾਇਆ ਦੀਆਂ ਇੱਛਾਵਾਂ ਨੇ ਅੰਦਰ ਫੁਰਨੇ ਉੱਠਦੇ ਹਨ। ਜਿੰਨਾ ਚਿਰ ਮਾਇਆ ਦੇ ਵਿਕਲਪ ਸੰਕਲਪਾਂ ਨੂੰ ਨਹੀਂ ਛੱਡਦਾ, ਉਹਨਾਂ ਚਿਰ ਇਹ ਸੰਤੋਖੀ ਨਹੀਂ ਹੁੰਦਾ। ਤੇ ਸੰਤੋਖੀ ਨਹੀਂ ਹੁੰਦਾ ਫਿਰ ਧਿਆਨ ਵੀ ਕਿੱਥੇ ਟਿਕੇਗਾ। ਫਿਰ ਜਿਹੜੇ ਫੁਰਨੇ ਹਨ, ਜੋ ਇੱਛਾਵਾਂ ਹਨ, ਫਿਰ ਧਿਆਨ ਉੱਥੇ ਟਿਕੇਗਾ। ਸੋ ਜਦੋਂ ਮਾਇਆ ਦੇ ਫੁਰਨੇ ਬੰਦ ਕਰ ਦੇਵੇਗਾ ਫਿਰ ਇਸ ਨੂੰ ਪਤਾ ਲੱਗੇਗਾ ਕਿ ਮੈਂ ਕੌਣ ਹੈ, ਆਪ ਹੈ ਸਤ ਸਰੂਪ। ਫਿਰ ਧਿਆਨ ਉੱਥੇ ਟਿਕਿਆ ਰਹੇਗਾ। ਕਥਨੀ ਕਥੀਐ ਬ੍ਰਹਮ ਗਿਆਨ। ਫਿਰ ਇੱਕ ਕਥਾ ਸ਼ੁਰੂ ਕਰਦਾ ਹੈ। ਹੁਣ ਕਥਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇਹ ਸਾਰੀ ਮਾਇਆ ਛੱਡ ਦੇਵੇ। ਮਾਇਆ 'ਚ ਕਥਾ ਨਹੀਂ ਹੁੰਦੀ, ਮਾਇਆ ਦੇ ਵਿੱਚ ਵਿਚਾਰ ਹੁੰਦੀ ਹੈ ਕਿ ਕਥਾ ਕਿਵੇਂ ਸ਼ੁਰੂ ਹੋਵੇ। ਔਰ ਕਥਾ ਇੱਕ ਵਾਰੀ ਜਦੋਂ ਸ਼ੁਰੂ ਹੋ ਗਈ ਮੁੜ ਕੇ ਬੰਦ ਨਹੀਂ ਹੁੰਦੀ।
ਤਾਂ ਹੀ ਪਾਤਸ਼ਾਹ ਨੇ ਲਿਖਿਆ ਕਥਨੀ ਕਥੀ ਹੈ, ਕਿ ਜਿਹੜੀ ਉਹ ਕਥਨੀ ਹੈ ਉਹ ਕਥੀ ਹੈ। ਕਹਿੰਦੇ ਜਿਨ੍ਹਾਂ ਨੇ ਕਥੀ ਹੈ, ਜਿਨ੍ਹਾਂ ਨੇ ਉਹ ਕਥਾ ਆਪਣੇ ਅੰਦਰੋਂ ਕੇਰਾਂ ਸ਼ੁਰੂ ਕਰ ਲਈ, ਉਹ ਕੀ ਹੈ? ਬ੍ਰਹਮ ਗਿਆਨ ਹੈ, ਕਿ ਉਹ ਆਪਣੇ ਆਪ ਦਾ ਹੀ ਗਿਆਨ ਹੈ। ਸ੍ਰੀ ਪਾਤਸ਼ਾਹ ਕਬੀਰ ਸਾਹਿਬ ਵੀ ਕਹਿੰਦੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਉਹ ਕਹਿੰਦੇ ਮੈਂ ਜਾਣ ਗਿਆ ਵੀ ਗੱਲ ਅਸਲੀ ਕੀ ਹੈ। ਸੋ ਭੁੱਖ ਦਾ ਕਾਰਨ ਭੈ ਵੀ ਹੋ ਸਕਦਾ। ਕਈ ਵਾਰੀ ਪਰਮੇਸ਼ਰ ਐਸਾ ਭਾਣਾ ਵੀ ਵਰਤਾ ਦਿੰਦਾ, ਭੈ ਦੇ ਕੇ ਵੀ ਭਗਤੀ ਲਾਉਂਦਾ। ਇਹ ਪਰਮੇਸ਼ਰ ਦੀ ਖੇਡ ਆ, ਉਹ ਕਿਸ ਤਰ੍ਹਾਂ ਭਾਣਾ ਵਰਤਾਉਂਦਾ, ਬਸ ਗੁਰਮੁਖਾਂ ਨੇ ਭਾਣੇ ਨੂੰ ਸਮਝਣਾ। ਸੋ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦੀਸੈ ਸੋ ਹੋਏ ਬਿਨਾਸਾ। ਸੋ ਜਿਹੜਾ ਕੁਝ ਦਿਸਦਾ ਉਹ ਤਾਂ ਵਿਨਾਸ਼ ਹੋ ਜਾਣਾ। ਜਿਹੜੀ ਚੀਜ਼ ਨੇ ਵਿਨਾਸ਼ ਹੋਣਾ, ਫਿਰ ਉਹਦੇ ਵਿੱਚ ਧਿਆਨ ਲਾਉਣ ਦਾ ਕੋਈ ਫਾਇਦਾ ਨਹੀਂ। ਜਿਹੜੀ ਚੀਜ਼ ਥਿਰ ਹੈ ਉਹਦਾ ਧਿਆਨ ਲਾਉਣ 'ਚ ਫਾਇਦਾ। ਸੋ ਇਹ ਭੇਦ ਅਗਲੀ ਪੰਕਤੀ ਵਿੱਚ ਹੈ, ਜੋ ਉਸ ਵਿੱਚ ਸਪਸ਼ਟ ਹੁੰਦਾ ਹੈ ਕਿ ਗੱਲ ਇੱਥੇ ਨਾਮ ਦੀ ਕਰ ਰਹੇ ਹਨ ਅਤੇ ਧਿਆਨ ਜੋੜਨ ਦੀ ਹੋ ਰਹੀ ਹੈ, ਕਿਉਂਕਿ ਜੋਗ ਤੋਂ ਭਾਵ ਹੀ ਜੁੜਨਾ ਹੁੰਦਾ ਹੈ। ਸੰਜੋਗ ਦਾ ਅਰਥ ਹੀ ਜੁੜਨਾ ਹੁੰਦਾ, ਉਹੀ ਜੋਗ ਹੈ। ਸੰਜੋਗ ਹੋਣਾ ਕਿਸ ਦਾ? ਆਤਮਾ ਤੇ ਪ੍ਰਾਤਮਾ ਦਾ। ਆਤਮਾ ਪ੍ਰਾਤਮਾ ਇੱਕੋ ਕਰ, ਦੋਨਾਂ ਨੇ ਇੱਕ ਹੋਣਾ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨਿਹਕਾਮ। ਹੁਣ ਜੋਗੀ ਦੀ ਪਰਿਭਾਸ਼ਾ ਦੱਸਦੇ ਹਨ ਕਿ ਸੋ ਜੋਗੀ ਕੇਵਲ ਨਿਹਕਾਮ। ਕਹਿੰਦੇ ਸਿਰਫ ਜੋਗੀ ਉਹ ਹੈ ਜਿਹੜਾ ਕਾਮਨਾਵਾਂ ਤੋਂ ਰਹਿਤ ਹੈ, ਜਿਹਦੇ ਅੰਦਰ ਮਾਇਆ ਦੀ ਇੱਛਾ ਨਹੀਂ ਹੈ। ਜਦੋਂ ਮਾਇਆ ਦੀ ਇੱਛਾ ਖਤਮ ਹੁੰਦੀ ਹੈ, ਫਿਰ ਕੀ ਹੁੰਦਾ? ਵਰਨ ਸਹਿਤ ਜੋ ਜਾਪੈ ਨਾਮ। ਫਿਰ ਉਹ ਵਰਨ ਸਹਿਤ ਹੋ ਜਾਂਦਾ। ਉਹਨੂੰ ਸਿਫਤ ਤੋਂ ਬਿਨਾਂ, ਹੁਕਮ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਉਹ ਭਾਣੇ 'ਚ ਰਹਿ ਕੇ ਖੁਸ਼ ਹੈ। ਜੋ ਜਾਪੈ ਨਾਮ, ਹੁਣ ਦੇਖੋ ਇੱਥੇ ਜਾਪੈ ਸ਼ਬਦ ਹੈ, ਉਹਦੇ ਅੰਦਰ ਭੁੱਖ ਪੈਦਾ ਹੋਈ ਹੈ ਵੀ ਮੈਂ ਸਿਫਤ ਹੀ ਕਰਨੀ ਹੈ, ਮੈਂ ਨਾਮ ਜਪਣਾ ਹੀ ਹੈ, ਹੋਰ ਮੈਂ ਕੁਛ ਨਹੀਂ ਕਰਨਾ। ਭਾਵ ਕਿ ਮੈਂ ਉਹਦੇ ਹੁਕਮ ਦੇ ਵਿੱਚ ਹੀ ਰਹਿਣਾ, ਹੁਕਮ 'ਚੋਂ ਬਾਹਰ ਨਹੀਂ ਜਾਣਾ। ਇਹੀ ਸਿਫਤ ਹੈ। ਸੋ ਜਦੋਂ ਤੱਕ ਨਾਮ ਦਾ ਪਤਾ ਨਹੀਂ ਲੱਗਦਾ, ਉਦੋਂ ਤੱਕ ਫਿਰ ਜਪਿਆ ਵੀ ਨਹੀਂ ਜਾਂਦਾ। ਪਹਿਲਾਂ ਪਤਾ ਤਾਂ ਹੋਵੇ ਨਾ ਵੀ ਨਾਮ ਕੀ ਹੈ, ਤਾਂ ਹੀ ਜਪਿਆ ਜਾ ਸਕਦਾ। ਤੇ ਜਪ ਵੀ ਨਹੀਂ ਕਰਦਾ, ਤੇ ਜਪ ਹੁੰਦਾ ਸਮਝਣਾ, ਵਿਚਾਰਨਾ, ਜਾਣਨਾ, ਪਛਾਣਨਾ। ਜਪ ਨਾਲ ਹੀ ਸਮਝ ਆਉਂਦੀ ਹੈ, ਤੇ ਉਹੀ ਜਪ ਦੇ ਵਿੱਚੋਂ ਜਿਹੜੀ ਸਮਝ ਆਉਂਦੀ ਹੈ, ਉਹਦੇ ਵਿੱਚੋਂ ਸਪਰਸ਼ ਹੁੰਦਾ ਉਹ ਨਾਮ। ਜਪਣਾ ਕਿਹਨੇ ਹੈ? ਜਪਣਾ ਕਿਹਨੂੰ ਹੈ? ਗੁਰਬਾਣੀ ਨੇ ਸਪਸ਼ਟ ਲਿਖਿਆ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹਿੰਦੇ ਬਸ ਤੂੰ ਆਪ ਆਪਣੇ ਆਪ ਨੂੰ ਜਪ, ਆਪੇ ਜਪੋ ਆਪਣਾ ਜਾਪ, ਆਪੇ ਜਪੋ। ਕਹਿੰਦੇ ਆਪਣੇ ਆਪ ਨੂੰ ਸਮਝੋ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਕਰਨਾ ਹੈ, ਤੁਹਾਡੇ ਅੰਦਰ ਆਤਮਾ ਕਿੱਥੇ ਹੈ, ਪ੍ਰਾਤਮਾ ਕਿੱਥੇ ਹੈ, ਮਨ ਕੀ ਹੈ। ਗੁਰਬਾਣੀ ਨੇ ਇਕੱਲੇ ਇਕੱਲੇ ਸਵਾਲ ਦਿੱਤੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਕਿ ਆਪਣੇ ਆਪ ਨੂੰ ਸਮਝੋ। ਕਿਵੇਂ ਸਮਝਿਆ ਜਾਊਗਾ ਆਪਣੇ ਆਪ ਨੂੰ? ਉਹ ਗੁਰਬਾਣੀ ਤੋਂ ਸਮਝਿਆ ਜਾਊਗਾ। ਜਿੰਨਾ ਚਿਰ ਹੈ ਮੇਰੇ ਮਨਾਂ ਤੋਂ ਗੁਰਬਾਣੀ ਤੋਂ ਨਹੀਂ ਨਾ ਸਮਝਦਾ, ਉਨਾ ਚਿਰ ਸੋਝੀ ਨਹੀਂ ਹੁੰਦੀ। ਆਪਣੀ ਮੱਤ ਨਾਲ ਕੁਛ ਪ੍ਰਾਪਤ ਨਹੀਂ ਹੁੰਦਾ। ਆਪਣੀ ਮੱਤ ਛੱਡਣੀ ਪੈਂਦੀ ਹੈ, ਗੁਰ ਕੀ ਮੱਤ ਧਾਰਨ ਕਰਨੀ ਪੈਂਦੀ। ਗੁਰ ਕੀ ਮੱਤ ਤੂੰ ਲੇਹੇ ਇਆਨੇ, ਭਗਤੀ ਬਿਨਾ ਬਹੁ ਡੁੱਬੇ ਸੀ। ਜਿੰਨਾ ਚਿਰ ਗੁਰ ਤੋਂ ਮੱਤ ਨਹੀਂ ਆਉਂਦੀ, ਭਾਵ ਕਿ ਸੁਗਿਆਨ ਨਹੀਂ ਤੂੰ ਪ੍ਰਾਪਤ ਕਰਦਾ। ਗੁਰ ਦਾ ਅਰਥ ਹੁੰਦਾ ਸੁਗਿਆਨ, ਆਤਮਕ ਸੁਗਿਆਨ ਵਾ ਗਿਆਨ। ਉਹ ਗੁਰਬਾਣੀ ਤੋਂ ਹੀ ਪ੍ਰਾਪਤ ਹੋ ਸਕਦਾ, ਜਾਂ ਕੋਈ ਬਾਹਰ ਜੀ ਦੇ ਹਿਰਦੇ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋਇਆ ਹੋਵੇ, ਉਹ ਕਰਵਾ ਸਕਦਾ। ਪਰ ਕਰਨਾ ਤੈਨੂੰ ਹੀ ਪਵੇਗਾ, ਚਾਹੇ ਦੋਨੇ ਹਾਲਾਤ ਤੇਰੇ ਸਾਹਮਣੇ ਹੋਣ। ਉਸ ਵੇਲੇ ਸੀ ਪੰਜਵੇਂ ਪਾਤਸ਼ਾਹ ਵੀ ਸਰੀਰ ਕਰਕੇ ਵਿਚਰਦੇ ਸੀ, ਗੁਰਬਾਣੀ ਵੀ ਸੀ, ਪਰ ਸਮਝ ਕਿਹਨੂੰ ਆਈ? ਕਿਸੇ ਬਿਰਲੇ ਨੂੰ।
ਇੱਕ ਹੀ ਬਿਰਲੇ ਦੇ ਹਿਰਦੇ 'ਚ ਹੀ ਟਿਕਦੀ ਹੈ ਗੱਲ, ਕਿਉਂਕਿ ਸਮਝ ਆਉਣੀ ਵੀ ਬਹੁਤ ਆ ਕਿ ਆਪਣੇ ਆਪ ਨੂੰ ਜਾਣਨਾ ਬਹੁਤ ਔਖਾ, ਦੂਜੇ ਨੂੰ ਜਾਣਨਾ ਸੌਖਾ ਲੱਗਦਾ, ਪਰ ਸਵੈਮ ਆਪਣੇ ਅੰਦਰ ਝਾਤੀ ਮਾਰਨੀ ਇਹ ਬਹੁਤ ਔਖੀ ਹੈ। ਇਸੇ ਕਰਕੇ ਬਿਰਲੇ ਆਖਦੇ ਨੇ ਆਤਮ ਚੀਨ, ਕਹਿੰਦੇ ਆਪਣੇ ਆਪ ਨੂੰ ਖੋਜ, ਪ੍ਰਾਤਮ ਸੋਈ ਤੈਨੂੰ ਪਤਾ ਲੱਜੂ ਪ੍ਰਾਤਮ ਕੀ ਹੁੰਦਾ। ਸੋ ਇਸ ਤਰ੍ਹਾਂ ਦੀ ਇਹ ਗੱਲ ਹੈ। ਪਾਤਸ਼ਾਹ ਕਹਿੰਦੇ ਜਿਵੇਂ ਰੇਡੀਓ ਹੁੰਦਾ ਜਾਂ ਅੱਜ ਕੱਲ੍ਹ ਮੋਬਾਈਲ ਫੋਨ ਨੇ, ਜਿੰਨਾ ਚਿਰ ਮੋਬਾਈਲ ਫੋਨ ਨੂੰ ਸਿਗਨਲ ਨਹੀਂ ਮਿਲਦਾ ਉਨਾ ਚਿਰ ਅਸੀਂ ਜਿੰਨਾ ਮਰਜ਼ੀ ਨੰਬਰ ਡਾਇਲ ਕਰੀਏ ਤੇ ਨੰਬਰ ਨਹੀਂ ਮਿਲਦਾ। ਨੰਬਰ ਭਾਵੇਂ ਬਿਲਕੁਲ ਸਹੀ ਹੈ ਪਰ ਉਹਨੂੰ ਸਿਗਨਲ ਮਿਲਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਮੇਰੇ ਮਨਾ ਤੂੰ ਭਾਵੇਂ ਜਿੰਨੀ ਮਰਜ਼ੀ ਗੁਰਬਾਣੀ ਪੜ੍ਹ, ਕੋਈ ਚੱਕਰ ਵਾਲੀ ਗੱਲ ਨਹੀਂ, ਪਰ ਜਿੰਨਾ ਚਿਰ ਤੇਰਾ ਗੁਰਬਾਣੀ ਪੜ੍ਹਦੇ ਪੜ੍ਹਦੇ ਸਮਝਦੇ ਵਿਚਾਰਦੇ ਉਹ ਸਿਗਨਲ ਨਾਲ ਨਹੀਂ ਤੂੰ ਟੱਚ ਕਰਦਾ, ਉਨਾ ਚਿਰ ਗੱਲ ਨਹੀਂ ਹੋਣੀ। ਉਹ ਸਿਗਨਲ ਹੈ ਸ਼ਬਦ ਗੁਰੂ, ਗੁਰੂ ਦਾ ਸ਼ਬਦ ਜੋ ਪਰਮੇਸ਼ਰ ਦਾ ਹੁਕਮ ਹੈ, ਸ਼ਬਦ ਹੈ, ਨਾਮ ਹੈ, ਉਹ ਜਦੋਂ ਤੈਨੂੰ ਸਪਰਸ਼ ਕਰੂਗਾ ਫਿਰ ਗੱਲ ਬਣਨੀ ਹੈ। ਜਿਹੜੀ ਗੁਰਬਾਣੀ ਤੋਂ ਸੋਝੀ ਆਉਣੀ ਹੈ ਇਹ ਸਾਨੂੰ ਸਿਰਫ ਸਾਡੇ ਮੂਲ ਨਾਲ ਜੋੜਦੀ ਹੈ, ਇਹਦੇ ਵਿੱਚ ਮੂਲ ਦਾ ਹੀ ਸੰਬੰਧ ਹੈ। ਜੇ ਮਨ ਸਹੀ ਤਰੀਕੇ ਨਾਲ ਇਹਨੂੰ ਸਮਝੇ ਤਾਂ, ਕਿਉਂਕਿ ਜੇ ਸਹੀ ਤਰੀਕੇ ਨਾਲ ਨੰਬਰ ਡਾਇਲ ਕਰਾਂਗੇ ਫਿਰ ਮਿਲਣਾ, ਜੇ ਇੱਕ ਅੱਖਰ ਵੀ ਗਲਤ ਲੱਗ ਗਿਆ ਤਾਂ ਕਾਲ ਕਿਤੇ ਹੋਰ ਲੱਗ ਜਾਣੀ ਹੈ, ਫਿਰ ਅਗਲਾ ਗਾਹਾਂ ਵਾਲਾ ਵੀ ਡਿਸਟਰਬ ਹੁੰਦਾ, ਅਸੀਂ ਵੀ ਡਿਸਟਰਬ ਹੋਵਾਂਗੇ। ਇਸੇ ਕਰਕੇ ਸਾਡੀ ਜਿਹੜੀ ਨੰਬਰ ਦੀ ਡਾਇਲਿੰਗ ਹੈ ਉਹ ਮਾਇਆ ਦੀ ਹੋਈ ਹੈ। ਸਾਡਾ ਮੁੜ ਮੁੜ ਕੇ ਨੰਬਰ ਮਾਇਆ 'ਚ ਹੀ ਲੱਗੀ ਜਾਂਦਾ, ਸੁਰਤ ਮਾਇਆ ਦੀ ਪਕੜ ਕਰ ਲੱਗ ਜਾਂਦੀ ਹੈ। ਫਿਰ ਉਹ ਅਗਲਾ ਵੀ ਗਾਹਾਂ ਵਾਲਾ ਕਹਿੰਦਾ ਵੀ ਤੂੰ ਬਾਰ-ਬਾਰ ਫੋਨ ਕਰੇ, ਗੱਲ ਤਾਂ ਕਰ ਫਿਰ ਕੁਛ। ਜਦੋਂ ਅਸੀਂ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੇ ਹਾਂ ਤੇ ਸਾਡੀ ਸਾਂਝ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਸੁਰਤ ਜਦੋਂ ਮਾਇਆ ਨਾਲ ਟੱਚ ਕਰਨ ਲੱਗ ਗਈ, ਬਾਰ-ਬਾਰ ਮਾਇਆ 'ਤੇ ਅਟਕੇ ਲੱਗ ਗਈ ਤਾਂ ਫਿਰ ਮਾਇਆ ਨੇ ਇਹਨੂੰ ਪ੍ਰੇਰ ਲਿਆ, ਫਿਰ ਇਹਨੂੰ ਮਾਇਆ ਦੀ ਚਮਕ ਦਮਕ ਪਤਾ ਲੱਗਣ ਲੱਗ ਗਈ। ਅਸਲੀ ਨੰਬਰ ਵਿਸਰ ਗਿਆ, ਉਹੀ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀ, ਉਹ ਨਾਮ ਵਿਸਰ ਗਿਆ। ਸੋ ਨਾਮ ਵਿਸਰ ਗਿਆ ਤੇ ਫਿਰ ਜੀਵਨ ਜਿਸ ਤਰ੍ਹਾਂ ਦਾ ਹੈ ਇਹ ਮੇਰੇ ਮਨ ਤੇਰੇ ਸਾਹਮਣੇ ਹੀ ਹੈ। ਸੋ ਜਿੰਨਾ ਚਿਰ ਤੈਨੂੰ ਉਹ ਨਾਮ ਦੁਬਾਰਾ ਚੇਤੇ ਨਹੀਂ ਆਉਂਦਾ, ਸਿਮਰਨ ਦਾ ਭਾਵ ਹੀ ਚੇਤਾ ਹੁੰਦਾ ਕਿ ਤੈਨੂੰ ਕੋਈ ਚੀਜ਼ ਵਿਸਰੀ ਹੋਈ ਹੈ, ਉਹ ਤੈਨੂੰ ਚੇਤੇ ਆ ਜਾਵੇ ਤੇ ਫਿਰ ਉਹਦੀ ਪ੍ਰਾਪਤੀ ਲਈ ਕੁਛ ਨਾ ਕੁਛ ਕਰੇਗਾ। ਸੋ ਇਹ ਹਿਰਦੇ ਦੇ ਅੰਦਰ ਸਪਰਸ਼ ਹੁੰਦਾ ਹੈ, ਹੁਕਮ ਹੈ ਜਿਹੜਾ ਨੰਬਰ ਸਹੀ ਲੱਗਣਾ ਉਹ ਹਿਰਦੇ ਦੇ ਅੰਦਰ ਹੀ ਹੈ। ਪਹਿਲਾਂ ਅਸੀਂ ਸਾਡੇ ਮਨ ਨੇ ਗੁਰਬਾਣੀ ਤੋਂ ਸੋਝੀ ਲੈਣੀ ਹੈ, ਨੰਬਰ ਪ੍ਰਾਪਤ ਕਰਨਾ, ਕਿਉਂਕਿ ਗੁਰਬਾਣੀ ਤੋਂ ਹੀ ਨੰਬਰ ਮਿਲ ਸਕਦਾ, ਹੋਰ ਕਿਤੋਂ ਨਹੀਂ ਮਿਲ ਸਕਦਾ। ਇਹ ਮੈਂ ਉਦਾਹਰਣ ਦਿੰਦਾ, ਵੈਸੇ ਜੋ ਅੱਜ ਕੱਲ੍ਹ ਸਮਾਂ ਚੱਲਦਾ ਪ੍ਰਮਾਣ ਸਮੇਂ ਦੇ ਹਿਸਾਬ ਨਾਲ ਹੀ ਦਿੱਤਾ ਜਾਂਦਾ, ਪਰ ਅਸਲੀਅਤ ਇਹ ਤੋਂ ਬਹੁਤ ਦੂਰ ਹੈ। ਸੋ ਗੁਰਬਾਣੀ ਤੋਂ ਜਿਹੜੀ ਸੋਝੀ ਆਉਂਦੀ ਆ ਉਹ ਮਨ ਨੂੰ ਪ੍ਰੇਰਦੀ ਹੈ ਵੀ ਤੂੰ ਆਪਣੇ ਮੂਲ ਨਾਲ ਜੁੜ, ਇਸ ਤਰੀਕੇ ਨਾਲ ਜੁੜ ਸਕਦਾ ਕਿ ਭਾਵ ਕਿ ਆਪਣੀਆਂ ਕਲਪਨਾ ਛੱਡ, ਗਲਤ ਨੰਬਰ ਲਾਉਣਾ ਛੱਡ, ਆਹ ਅਸਲੀ ਨੰਬਰ ਹੈ, ਇਹ ਲਾ ਤੇ ਉਹਦੇ ਨਾਲ ਮਿਲ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ ਤਾਂ ਦੋਨਾਂ ਦੀ ਦੁਵਿਧਾ ਖਤਮ ਹੋ ਜਾਂਦੀ ਹੈ। ਇਹ ਫਿਰ ਦੋਏ ਜਾਣੇ ਰਲ ਕੇ ਇੱਕ ਹੋ ਜਾਂਦਾ, ਜਦੋਂ ਇੱਕ ਹੋ ਕੇ ਫਿਰ ਇਹ ਨੰਬਰ ਪ੍ਰਾਪਤ ਹੁੰਦਾ ਇਹਨੂੰ, ਇਹਦੇ ਅੰਦਰੋਂ ਜਿਹੜਾ ਸੱਚਖੰਡ ਤੱਕ ਦੀ ਪਹੁੰਚ ਕਰਾਉਂਦਾ ਹੈ, ਜਿਹੜਾ ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਫਿਰ ਉਹ ਨਾਮ ਦੇ ਨਾਲ ਇਹਦਾ ਸੰਪਰਕ ਹੋ ਜਾਂਦਾ, ਉਹ ਹੈ ਧੁਰ ਕੀ ਬਾਣੀ, ਉਹ ਹੈ ਸ਼ਬਦ ਗੁਰੂ, ਫਿਰ ਇਹਦਾ ਜੀਵਨ ਭਵਸਾਗਰ ਤੋਂ ਬਾਹਰ ਹੁੰਦਾ ਹੈ। ਸੋ ਰੇਡੀਓ ਦੇ ਸਿਗਨਲ ਦੀ ਤਰ੍ਹਾਂ ਹੈ, ਸਪਰਸ਼ ਕਰਦਾ, ਮੋਬਾਈਲ ਫੋਨ ਦੀ ਤਰ੍ਹਾਂ ਹੈ, ਸਪਰਸ਼ ਕਰਦਾ ਹੁਕਮ, ਤੇ ਜਿਹੜੀ ਜੀਵ ਆਤਮਾ ਨੂੰ ਹੁਕਮ ਸਪਰਸ਼ ਕਰ ਜਾਂਦਾ ਹੈ ਉਹ ਸਫਲ ਹੁੰਦੀ ਹੈ। ਸੋ ਭਗਤ ਸ੍ਰੀ ਰਵਿਦਾਸ ਜੀ ਪਾਤਸ਼ਾਹ ਵੀ ਇਸ ਸ਼ਬਦ ਵਿੱਚ ਬੜੀ ਬਰੀਕੀ ਨਾਲ ਦੱਸਦੇ ਹਨ ਕਿ ਜੋ ਨਾਮ ਅਤੇ ਜਪ ਪਹਿਲਾਂ ਪ੍ਰਚਲਿਤ ਹਨ, ਕਿਉਂਕਿ ਜਦੋਂ ਭਗਤ ਸਾਹਿਬਾਨ ਸਰੀਰ ਕਰਕੇ ਵਿਚਰਦੇ ਸੀ ਉਦੋਂ ਵੀ ਲੋਕ ਨਾਮ ਜਪਦੇ ਸੀ, ਉਹਨਾਂ ਦਾ ਵੀ ਜਪ ਸੀ, ਪਰ ਪਾਤਸ਼ਾਹੀਆਂ ਤੇ ਭਗਤ ਸਾਹਿਬਾਨ ਕਹਿੰਦੇ ਵੀ ਸਾਡਾ ਵੀ ਜਪ ਹੈ, ਸਾਡਾ ਵੀ ਨਾਮ ਹੈ, ਪਰ ਸਾਡਾ ਨਾਮ ਤੇ ਸਾਡਾ ਜਪ ਉਹਨਾਂ ਨਾਲੋਂ ਵੱਖਰਾ ਹੈ। ਭਗਤ ਸਾਹਿਬਾਨਾਂ ਨੇ ਪੰਡਤ ਵਾਲਾ ਨਾ ਨਾਮ ਜਪਿਆ ਤੇ ਨਾ ਉਹਨਾਂ ਵਾਲਾ ਜਪ ਕੀਤਾ, ਉਹਨਾਂ ਨੇ ਉਹ ਜਪ ਕੀਤਾ ਜੋ ਦਰਗਾਹ ਚੋਂ ਪ੍ਰਵਾਨ ਹੈ,
ਉਸ ਨਾਮ ਨੂੰ ਜਪਿਆ ਜਿਹੜਾ ਦਰਗਾਹ ਦੇ ਵਿੱਚੋਂ ਨਾਮ ਮਿਲਦਾ, ਉਹ ਹੈ ਸਾਡੇ ਕੋਲ ਅੱਜ ਗੁਰਬਾਣੀ। ਸੋ ਜਿਹੜਾ ਉਸ ਨਾਮ ਤੋਂ ਬਿਨਾਂ, ਜਿਹੜਾ ਗੁਰਬਾਣੀ ਦੀ ਸੋਝੀ ਤੋਂ ਬਿਨਾਂ ਕੋਈ ਨਾਮ ਜਪਦਾ ਹੈ, ਜਿਵੇਂ ਗੁਰਬਾਣੀ ਨੇ ਬਚਨ ਲਿਖਿਆ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਅੱਲਾਏ ਕੋਈ ਸੇਵੇ ਗੋਸਾਈਆਂ ਕੋਈ ਖੁਦਾਏ। ਉਹ ਪਾਤਸ਼ਾਹ ਕਹਿੰਦੇ ਵੀ ਕੋਈ ਇਸ ਤਰ੍ਹਾਂ ਕਰਦਾ, ਅਸੀਂ ਨਹੀਂ ਕਰਦੇ, ਕੋਈ ਕਰਦੇ। ਜੋਗੀ ਗੋਰਖ ਗੋਰਖ ਕਰੇ, ਕਹਿੰਦੇ ਜੋਗੀ ਕਰਦਾ। ਹਿੰਦੂ ਰਾਮ ਨਾਮ ਉਚਰਾ, ਇਹ ਹਿੰਦੂ ਇਸ ਤਰ੍ਹਾਂ ਕਰਦੇ, ਕਹਿੰਦੇ ਅਸੀਂ ਨਹੀਂ ਕਰਦੇ। ਸਾਡਾ ਰਾਮ ਜਪਦੇ ਅਸੀਂ ਵੀ ਰਾਮ ਨੂੰ ਹੀ ਆ, ਪਰ ਸਾਡਾ ਰਾਮ ਨਾਮ ਜਪਦੇ ਹਾਂ ਅਸੀਂ ਰਾਮ ਨਹੀਂ ਜਪਦੇ, ਅਸੀਂ ਰਾਮ ਨਾਮ ਜਪਦੇ ਹਾਂ। ਰਾਮ ਤਾਂ ਆਪਣੇ ਆਪ 'ਚ ਹੀ ਨਾਮ ਹੈ, ਰਾਮ ਤਾਂ ਸਾਡਾ ਮੂਲ ਹੈ, ਸਾਡਾ ਮੂਲ ਜੋ ਸਾਨੂੰ ਉਪਦੇਸ਼ ਦੇ ਰਿਹਾ, ਅਸੀਂ ਤਾਂ ਉਹ ਜਪਦੇ ਹਾਂ। ਉਹ ਜਪਣਾ ਕੀ ਹੁੰਦਾ, ਸਮਝਣਾ। ਸਾਡੇ ਲਈ ਅੱਜ ਜੇ ਬਾਹਰੀ ਤੌਰ 'ਤੇ ਗੁਰਬਾਣੀ ਸਾਡਾ ਰਾਮ ਹੈ, ਗੁਰਬਾਣੀ ਜੋ ਸਾਨੂੰ ਸੁਮਤ ਦਿੰਦੀ ਹੈ, ਉਪਦੇਸ਼ ਦਿੰਦੀ ਹੈ, ਉਹ ਉਹਦਾ ਨਾਮ ਹੈ। ਉਹਨੂੰ ਅਸੀਂ ਜਪਣਾ ਹੈ, ਭਾਵ ਕਿ ਉਹਨੂੰ ਸਮਝਣਾ ਵੀ ਜੋ ਗੁਰਬਾਣੀ ਨੇ ਮੈਨੂੰ ਕਿਹਾ ਇਹ ਮੈਂ ਕਰਨਾ ਹੈ। ਗੁਰ ਕਹਿਆ ਸਾਕਾਰ ਕਮਾਵੋ, ਇਹ ਮੇਰਾ ਫਰਜ਼ ਹੈ, ਮੈਂ ਇਹਦੇ ਅਨੁਸਾਰ ਹੀ ਚੱਲਣਾ। ਸੋ ਇਹ ਗੁਰਮਤ ਦਾ ਜਪ ਹੈ। ਇਸੇ ਕਰਕੇ ਪਾਤਸ਼ਾਹ ਨੇ ਗੁਰਬਾਣੀ 'ਚ ਬਚਨ ਲਿਖਿਆ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵੈ ਭਾਉ ਦੂਜਾ। ਕਹਿੰਦੇ ਗਿਆਨਹੀਣ ਅਗਿਆਨ ਪੂਜਾ, ਗਿਆਨ ਤੋਂ ਬਿਨਾਂ ਵੀ ਜਪਣਾ ਜਿਹੜਾ, ਉਹ ਅਗਿਆਨਤਾ ਹੀ ਹੈ, ਉਹ ਭਰਮ ਹੀ ਹੈ। ਅੰਧ ਵਰਤਾਵਾ ਭਾਉ ਦੂਜਾ, ਫਿਰ ਜਿਹੋ ਜਿਹੀ ਜਿਹੜੀ ਵਸਤੂ ਕਿਸੇ ਕੋਲ ਹੁੰਦੀ ਹੈ ਉਹੀ ਵਸਤੂ ਅਗਾਂਹ ਦਿੰਦਾ। ਤੇ ਵਰਤਾਵਾ ਫਿਰ ਕੀ ਹੈ, ਭਾਉ ਦੂਜਾ, ਫਿਰ ਮਾਇਆ ਦਾ ਹੀ ਵਰਤਾਵਾ ਹੈ, ਮਾਇਆ ਦਾ ਹੀ ਸਾਰਾ ਤਾਮ ਝਾਮ ਹੈ ਜੋ ਅਸੀਂ ਕਰਦੇ ਹਾਂ। ਸੋ ਗੁਰਮਤ ਅਨੁਸਾਰ ਪਾਤਸ਼ਾਹ ਕਹਿੰਦੇ ਜੋਗੀ ਕੌਣ ਹੈ, ਪ੍ਰਮਾਣ ਨੇ ਸਾਡੇ ਕੋਲ। ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਹੀਂ ਕਾਮ, ਕਿ ਉਹੀ ਜੋਗੀ ਹੈ, ਉਹੀ ਜੁੜੀ ਹੋਈ ਜੀਵਾਤਮਾ ਹੈ ਜਿਹੜੀ ਮਾਇਆ ਦੀਆਂ ਇੱਛਾਵਾਂ ਤੋਂ ਦੂਰ ਰਹਿੰਦੀ ਹੈ, ਵਿਚਰਦੀ ਭਾਵੇਂ ਮਾਇਆ ਦੇ ਅੰਦਰ ਹੈ ਪਰ ਨਿਰਲੇਪ ਰਹਿੰਦੀ ਹੈ। ਹੁਣ ਇੱਥੇ ਜਾਪੈ ਨਾਮ ਕਿਹਾ, ਵਰਨ ਸਹਿਤ ਜੋ ਜਾਪੈ ਨਾਮ, ਪਹਿਲਾਂ ਜਪ ਭਾਵ ਸਮਝਣਾ, ਅਤੇ ਜਾਪ ਹੈ ਸਮਝਿਆ ਹੋਇਆ, ਆਪ ਦੇਖਿਆ ਜੋ ਹੋਰਾਂ ਨੂੰ ਦੱਸਣਾ ਕਿ ਕਿਵੇਂ ਜਪਣਾ। ਦਸਮ ਪਾਤਸ਼ਾਹ ਜੀ ਨੇ ਵੀ ਜਾਪ ਦੱਸਿਆ, ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਪ ਤੋਂ ਸ਼ੁਰੂ ਹੁੰਦੀ ਹੈ, ਦਸਮ ਗ੍ਰੰਥ ਜਾਪ ਤੋਂ ਸ਼ੁਰੂ ਹੁੰਦਾ। ਜਪ ਹੁੰਦਾ ਸਮਝਣਾ, ਕਿ ਜਿਹਨੇ ਕੁਛ ਸਮਝ ਲਿਆ, ਜਿਹਨੂੰ ਸਾਰੀ ਸੋਝੀ ਆ ਗਈ, ਫਿਰ ਉਹਨੇ ਗਾਹਾਂ ਸਮਝਾਉਣਾ ਹੈ। ਜਿਹੜਾ ਸਮਝ ਕੇ ਸਮਝਾਉਂਦਾ ਉਹ ਜਾਪ ਹੈ। ਇਸੇ ਕਰਕੇ ਜਾਪ ਸਾਹਿਬ ਦੇ ਵਿੱਚ ਜਾਂ ਦਸਮ ਗ੍ਰੰਥ ਦੇ ਅੰਦਰ ਜੋ ਕੁਛ ਵੀ ਸਮਝਿਆ ਉਹ ਦੱਸਿਆ ਪਾਤਸ਼ਾਹੀਆਂ ਨੇ। ਗੁਰਬਾਣੀ ਵਿੱਚ ਵੀ ਇਸ ਗੁਰੂ ਨਾਨਕ ਸਾਹਿਬ ਜੀ ਨੇ ਜਪ ਕੇ ਸਮਝਾਇਆ ਸਾਨੂੰ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਕਰਨਾ, ਤੁਸੀਂ ਕਰ ਕੀ ਰਹੇ ਹੋ। ਜੀਵਨ ਦਾ ਸਮਾਂ ਤੁਹਾਡੇ ਕੋਲ ਬਹੁਤ ਥੋੜ੍ਹਾ, ਤੁਹਾਡਾ ਸਮਾਂ ਹੀ ਲੰਘ ਜਾਣਾ ਜੇ ਤੁਹਾਨੂੰ ਅਸਲ ਚੀਜ਼ ਦਾ ਪਤਾ ਹੀ ਨਾ ਲੱਗਿਆ। ਫਿਰ ਅੱਗੇ ਜਾ ਕੇ ਤੁਹਾਡੀ ਜੀਵਾਤਮਾ ਨੇ ਪੇਸ਼ ਹੋਣਾ, ਫਿਰ ਉੱਥੇ ਕੀ ਜਵਾਬ ਦੇਵਾਂਗੇ। ਪੁੱਛ ਪ੍ਰਤੀਤ ਤਾਂ ਜੀਵਾਤਮਾ ਦੀ ਹੋਣੀ ਆ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਕਿਉਂ ਕਪਟ ਕਰਦੇ ਹੋ, ਕਿਉਂ ਬਲ ਛਲ ਕਰਦੇ ਹੋ, ਕੀ ਫਾਇਦਾ। ਸਾਰਾ ਕੁਝ ਤੁਹਾਨੂੰ ਪਰਮੇਸ਼ਰ ਦੇ ਰਿਹਾ, ਜਦੋਂ ਸਾਰਾ ਕੁਝ ਬਿਨਾਂ ਬੋਲਿਆ ਮੰਗੇ ਤੋਂ ਤੁਹਾਨੂੰ ਦੇ ਰਿਹਾ, ਫਿਰ ਮੰਗਣ ਦੀ ਕੀ ਲੋੜ ਹੈ। ਜਿਹੜੀ ਚੀਜ਼ ਮੰਗਣ ਦੀ ਲੋੜ ਹੈ ਉਹ ਤੁਸੀਂ ਮੰਗ ਨਹੀਂ ਰਹੇ, ਉਹਦੇ ਲਈ ਤੁਹਾਡੀ ਹੰਕਾਰੀ ਬਿਰਤੀ ਹੈ। ਤੁਸੀਂ ਨਾਮ ਕਿਉਂ ਨਹੀਂ ਮੰਗਦੇ, ਤੁਸੀਂ ਕਿਉਂ ਨਹੀਂ ਉਹਦੇ ਹੁਕਮ 'ਚ ਰਹਿਣਾ ਚਾਹੁੰਦੇ, ਕਿਉਂ ਨਹੀਂ ਤੁਸੀਂ ਉਹਦੀ ਰਜ਼ਾ 'ਚ ਰਹਿਣਾ ਚਾਹੁੰਦੇ। ਤੁਹਾਨੂੰ ਕੀ ਤਕਲੀਫ ਹੈ ਉਹਦੀ ਰਜ਼ਾ ਵਿੱਚ ਰਹਿ ਕੇ। ਅਸੀਂ ਉਹਦੀ ਰਜ਼ਾ 'ਚ ਰਹਿੰਦੇ ਹਾਂ, ਦੱਸੋ ਸਾਨੂੰ ਕਿਹੜੀ ਚੀਜ਼ ਦੀ ਕਮੀ ਹੈ, ਤੁਸੀਂ ਦੱਸੋ ਤੁਹਾਡੇ ਕੋਲ ਚੀਜ਼ ਹੈ ਕਿਹੜੀ। ਸੋ ਬੜੇ ਤਰੀਕਿਆਂ ਨਾਲ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਜਪ ਕਰਾਇਆ ਕਿ ਸਾਡੀ ਗੱਲ ਨੂੰ ਸਮਝੋ। ਅਸੀਂ ਕੋਈ ਤੁਹਾਡੇ ਨਾਲ ਹੇਰਾ ਫੇਰੀ ਨਹੀਂ ਕਰਦੇ,
ਅਸੀਂ ਤੁਹਾਡੇ ਭਲੇ ਵਾਸਤੇ ਦੱਸਦੇ ਹਾਂ, ਤੁਹਾਡੀ ਕੋਈ ਨਿੰਦਿਆ ਨਹੀਂ ਕਰਦੇ, ਤੁਹਾਨੂੰ ਕੋਈ ਅਸੀਂ ਕੌੜੇ ਬੋਲ ਨਹੀਂ ਬੋਲਦੇ। ਤੁਹਾਨੂੰ ਲੱਗਦਾ ਵੀ ਕਈ ਵਾਰ ਸਾਨੂੰ ਇਹ ਸ਼ਬਦ ਇਸ ਤਰ੍ਹਾਂ ਦੇ ਵਰਤਣੇ ਪੈਂਦੇ ਆ, ਪਰ ਉਹਨਾਂ ਸ਼ਬਦਾਂ ਨੂੰ ਵੀ ਅਸੀਂ ਤਾਂ ਵਰਤਦੇ ਵੀ ਤੁਸੀਂ ਹਟਦੇ ਕਿਉਂ ਨਹੀਂ। ਉਹ ਵੀ ਤਕਰੀਬਨ ਧਾਰਮਿਕ ਜਿਹੜੇ ਉਸ ਵੇਲੇ ਸੰਸਾਰੀ ਧਾਰਮਿਕ ਲੋਕ ਸੀ, ਉਹਨਾਂ ਨੂੰ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਕਿਉਂ ਰਸਤਾ ਗਲਤ ਕਰਦੇ ਹੋ। ਜੇ ਤੁਸੀਂ ਉਹੀ ਬਾਟ ਪਾੜ ਦਿੱਤੀ ਤੇ ਜਿਹੜੇ ਚੱਲਣ ਵਾਲੇ ਉਹਨਾਂ ਨੇ ਥੋੜ੍ਹਾ ਦੇਖਣਾ, ਉਹਨਾਂ ਤੁਹਾਡੇ ਮਗਰ ਲੱਗ ਕੇ ਚੱਲੀ ਜਾਣਾ, ਕਿਉਂਕਿ ਇਹੀ ਕੁਝ ਪਹਿਲਾਂ ਕਬੀਰ ਸਾਹਿਬ ਤੋਂ ਹੋਇਆ ਸੀ। ਪੰਡਤ ਪਾੜੀ ਬਾਟ ਪਾਹਨ ਬੋਡੀ ਪ੍ਰਥਮੀ, ਪੰਡਤ ਪਾੜੀ ਬਾਟ। ਉਹਨੇ ਪੱਥਰ ਦੀ ਪੂਜਾ ਨਾਲ ਸੰਸਾਰ ਨੂੰ ਜੋੜਤਾ ਸੀ, ਤੁਸੀਂ ਸਰੀਰਾਂ ਨਾਲ ਜੋੜੀ ਜਾ ਰਹੇ ਹੋ। ਸਰੀਰ ਵੀ ਤਾਂ ਇੱਕ ਪੱਥਰ ਹੀ ਹੈ, ਮਿੱਟੀ ਹੋਈ ਹੈ। ਤੁਸੀਂ ਅਗਲੇ ਨੂੰ ਉਹਦੀ ਆਤਮਾ ਨਾਲ ਕਿਉਂ ਨਹੀਂ ਜੋੜਦੇ। ਤੁਸੀਂ ਉਹਨਾਂ ਨੂੰ ਸੱਚ ਦੱਸੋ ਕਿ ਤੁਹਾਡੇ ਕੋਲ ਸਮਾਂ ਹੈ, ਵਕਤ ਵਿਚਾਰੇ ਸੋ ਬੰਦਾ ਕਹੀਏ। ਵਕਤ ਨੂੰ ਵਿਚਾਰੋ, ਜੇ ਵਕਤ ਖੁੰਝ ਗਿਆ ਤਬ ਜਾਣੋਗੇ ਜਬ ਉਗਰੋਗੋ ਪਾਜ, ਫਿਰ ਪਤਾ ਲੱਗੂ ਜਦੋਂ ਪਾਜ ਉਗੜਨਾ। ਕਹੋ ਕਬੀਰ ਤੇਈ ਨਰ ਜਾਗੇ ਜਮ ਕਾ ਡੰਡ ਮੂੰਡ ਮੈਂ, ਕਹਿੰਦੇ ਉਦੋਂ ਜਾਗੂਗੀ ਜੀਵਾਤਮਾ ਜਦੋਂ ਭਰਮ ਦਾ ਡੰਡਾ ਇਹਦੇ ਆ ਕੇ ਵੱਜਣਾ। ਸਰੀਰ ਟੁੱਟ ਜਾ ਖੁੱਲ ਰਹਿ ਜਾਣਾ ਇੱਥੇ ਹੀ, ਆਤਮਾ ਨੇ ਇਕੱਲੀ ਨੇ ਰਹਿ ਜਾਣਾ। ਜਦੋਂ ਹੀ ਨਹੀਂ ਉਹਦੀ ਅੱਖ ਖੋਲਣੀ ਹੈ ਜੀਵ ਆਤਮਾ ਦੀ, ਸਰੀਰ ਛੱਡੇ ਤੋਂ ਬਾਅਦ ਖਾਲੀ ਦੀ ਖਾਲੀ, ਕੁਛ ਵੀ ਨਹੀਂ ਹੈ ਕੋਲ। ਜਿਹੜਾ ਕੁਛ ਲੈਣ ਆਇਆ ਸੀ ਉਹ ਵੀ ਨਹੀਂ ਲਿਆ, ਤੇ ਜਿਹੜਾ ਪਰਮੇਸ਼ਰ ਨੇ ਦੇ ਕੇ ਤੋਰਿਆ ਸੀ ਉਹ ਵੀ ਗਵਾ ਲਿਆ। ਮਨਮੁਖ ਚੱਲੇ ਮੂਲ ਗਵਾਏ ਜੀ। ਮਨ ਬੁੱਧੀ ਰਲ ਕੇ ਸਾਰਾ ਜ਼ਿੰਦਗੀ ਦਾ ਸਫ਼ਰ ਤੈਅ ਕਰਕੇ ਚਲੇ ਗਏ। ਜਿਹੜਾ ਮੂਲ ਹੁਕਮ ਉਹਨੇ ਦਿੱਤਾ ਸੀ ਵੀ ਆਹ ਬੀਜ ਰੂਪੀ ਹੁਕਮ ਲੈ ਜਾ, ਇਹਨੂੰ ਜਾ ਕੇ ਹਿਰਦੇ 'ਚ ਬੀਜ ਦੀ, ਇਹ ਬ੍ਰਿਸ਼ ਬਣੂਗਾ, ਫਲ ਬਣੂਗਾ, ਉਹ ਲੈ ਕੇ ਆਈ। ਇਹ ਮੇਰੇ ਮਨਾਂ ਤੂੰ ਤਾਂ ਮੂਲ ਵੀ ਗਵਾ ਲਿਆ। ਪਤਾ ਹੀ ਨਹੀਂ ਤੈਨੂੰ ਤਾਂ ਕਾਸੇ ਦਾ ਵੀ ਤੂੰ ਕਰਨ ਕੀ ਆਇਆ, ਕਰੀ ਕੀ ਜਾ ਰਿਹਾ, ਕਿਹੜਾ ਨਾਮ ਹੈ। ਤੂੰ ਤਾਂ ਕਹਿੰਦਾ ਮੈਂ ਨਾਮ ਜਪ ਰਿਹਾ, ਨਾਮ ਨਹੀਂ ਜਪ ਰਿਹਾ। ਆਪਣੀ ਭਾਸ਼ਾ ਨੂੰ ਗੁਰਬਾਣੀ ਵਾਲੀ ਭਾਸ਼ਾ ਤੋਂ ਦੇਖ। ਸੋ ਜਿੰਨਾ ਚਿਰ ਗੁਰਬਾਣੀ ਵਾਲੀ ਭਾਸ਼ਾ ਨਹੀਂ ਹੁੰਦੀ ਮਨਾ, ਉਨਾ ਚਿਰ ਜੀਵਨ 'ਚ ਬਦਲਾਅ ਨਹੀਂ ਆ ਸਕਦਾ। ਕਿਉਂਕਿ ਜਿੱਥੇ ਨਾਮ ਆਉਂਦਾ ਉੱਥੇ ਤਾਂ ਹਉਮੈ ਹੁੰਦੀ ਹੋ ਨਹੀਂ, ਪਰ ਤੇਰੇ ਅੰਦਰ ਤਾਂ ਭਰੀ ਪਈ ਹੈ, ਫਿਰ ਤੂੰ ਨਾਮ ਨਹੀਂ ਜਪਦਾ। ਸੋ ਗੁਰਬਾਣੀ ਤੋਂ ਪੁੱਛ ਵੀ ਤੂੰ ਕਰਦਾ ਕੀ ਹੈ, ਤੈਨੂੰ ਗੁਰਬਾਣੀ ਦੱਸੂਗੀ। ਸਾਰੀ ਗੱਲ ਗੁਰਬਾਣੀ ਸਮਝਾਉਂਦੀ ਹੈ। ਸੋ ਪਾਤਸ਼ਾਹ ਕਹਿੰਦੇ ਆਪ ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨੇ। ਸੋ ਉਹੀ ਜੋਗੀ ਹੈ ਜਿਹੜਾ ਕਾਮਨਾਵਾਂ ਤੋਂ ਰਹਿਤ ਹੋ ਜਾਂਦਾ ਹੈ, ਜਿਹਦੇ ਅੰਦਰ ਕੋਈ ਵਾਸ਼ਨਾ ਨਹੀਂ ਰਹਿ ਜਾਂਦੀ। ਉਹ ਫਿਰ ਵਰਨ ਸਹਿਤ ਪੂਰੀ ਸਿਫਤ ਕਰਦਾ ਹੁਕਮ ਦੀ, ਜਾਣਦਾ ਹੁਕਮ ਨੂੰ। ਜਿਵੇਂ ਉਹਨੇ ਹੁਕਮ ਨੂੰ ਜਾਣਿਆ ਹੁੰਦਾ ਉਵੇਂ ਉਹ ਦੂਸਰਿਆਂ ਨੂੰ ਦੱਸਦਾ। ਉਹ ਕਿ ਹਰ ਇੱਕ ਦਾ ਭਲਾ ਚਾਹੁੰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ। ਉਹ ਨਹੀਂ ਕਿਸੇ ਦਾ ਬੁਰਾ ਕਰਨਾ ਚਾਹੁੰਦਾ, ਕਿ ਹਰ ਕੋਈ ਉਹਦੇ ਹੁਕਮ ਵਿੱਚ ਰਹੇ, ਉਹਦੀ ਰਜ਼ਾ ਵਿੱਚ ਰਹੇ, ਜੀਵਨ ਨੂੰ ਸਫਲ ਕਰਕੇ ਜਾਵੇ।